अवगतो निर्मायल उपजे ਅਵਗਤੋਂ ਨਿਰਮੈਲ ਉਪਜੈ। निर्गुण ते सरगुण थिया। ਜਦੋਂ ਮਨ ਟਿਕ ਜਾਂਦਾ ਹੈ ਫਿਰ ਨਿਰਮਲ ਗਿਆਨ ਪੈਦਾ ਹੁੰਦਾ ਹੈ ਅੰਦਰੋਂ। अवगतो निर्मायल उपजे ਮਾਇਆ ਤੋਂ ਰਹਿਤ ਗਿਆਨ ਫਿਰ ਅੰਦਰੋਂ ਫੁੱਟਦਾ ਹੈ, ਫਿਰ ਨਿਰਮਲ ਜਲ ਥੱਲੇ ਆਉਂਦਾ ਹੈ। ਜਦ ਟਿਕ ਜਾਂਦਾ ਹੈ। ਜਿੰਨਾ ਚਿਰ ਮਨ ਟਿਕਦਾ ਨਹੀਂ ਉਹਨਾਂ ਚਿਰ ਮਾਇਆ ਨਾਲ ਜੁੜਿਆ ਹੁੰਦਾ। ਫਿਰ ਨਿਰਮਲ ਗਿਆਨ ਹੁੰਦਾ ਹੈ। ਆ ਗੁਰਬਾਣੀ ਦਾ ਗਿਆਨ ਅਵਗਤ ਤੋਂ ਪੈਦਾ ਹੋਇਆ ਹੈ। ਇਹ ਨਿਰਮਲ ਬਾਣੀ ਹੈ। ਅੰਮ੍ਰਿਤ ਸੋਭਾ ਜਾਂ ਨਿਰਮਲ ਬਾਣੀ। ਸਮਝੇ? ਨਿਰਮਲ ਬਾਣੀ ਹੈ। अवगतो निर्मायल उपजे ਅਵਗਤ ਜਿੰਨਾ ਚਿਰ ਮਨ ਨਹੀਂ ਹੁੰਦਾ ਨਿਰਮਲ ਗਿਆਨ ਅੰਦਰੋਂ ਪੈਦਾ ਹੀ ਨਹੀਂ ਹੋ ਸਕਦਾ। ਨਿਰਮਲ ਗਿਆਨ ਅੰਦਰੋਂ ਪੈਦਾ ਹੁੰਦਾ ਫਿਰ ਉਹ ਕਨੈਕਸ਼ਨ ਜਿਹੜਾ ਖਜ਼ਾਨਾ ਅੰਦਰ ਹੈ ਨਾ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਉਹ ਖਜ਼ਾਨਾ ਖੁੱਲਦਾ ਫਿਰ। निर्गुण ते सरगुण थिया। ਨਿਰਗੁਣ ਤੇ ਸਰਗੁਣ ਸੀਗਾ। ਜਿਹੜਾ ਨਿਰਗੁਣ ਸੀ ਨਾ ਫਿਰ ਸਰਗੁਣ ਹੋਇਆ। ਤੂੰ ਸਾਹਿਬ ਗੁਣੀ ਨਿਧਾਨਾਂ ਨਾਲ ਜੁੜ ਗਿਆ। ਇਹ ਸਰਗੁਣ ਅਤਨਾ ਗੁਣਾਂ ਵਾਲਾ ਸਰਗੁਣ ਨਹੀਂ ਹੈ, ਉਹ ਨਿਰਗੁਣ। ਸਰਗੁਣ ਕਰ ਨਿਰਗੁਣ ਤੇ ਸਰਗੁਣ ਸੀਗਾ, ਸਾਰੇ ਗੁਣਾਂ ਸਹਿਤ ਹੋ ਗਿਆ। ਫਿਰ ਉਹਨੂੰ ਤ੍ਰੈ ਗੁਣ ਕਿਹਾ ਹੋਇਆ ਹੈ, ਸਰਗੁਣ ਨਹੀਂ ਹੈ ਉਹਦਾ ਨੂੰ। ਤੈ ਗੁਣ ਬੇਟੇ ਖਾਈਏ ਸਾਰ, तीन व्यापे जगत में, चौथा तुरिया पद है। तीन तो जगत में व्याप देने हो। सारे गुण किहड़े ने? तू साहिब गुणी निधान। फिर आ सारे गुण गायन पैदा होता है। फिर सरगुण थी है। निर्गुण ते सरगुण एक जिहड़ा सरगुण है, ਜਿਹੜਾ ਅੱਧਾ ਹੈ, ਜਿੰਨਾ ਚਿਰ ਦਾਲ ਹੈ ਨਿਰਗੁਣ। ਹਮ ਨਿਰਗੁਣ ਯਾਰੇ, ਹਮ ਦੋਹਾਂ ਨੂੰ ਕਿਹਾ ਚਿੱਤ ਔਰ ਮਨ ਦੋਹੇ ਬੁੱਧੀ ਤਿੰਨੇ ਨਿਰਗੁਣ ਯਾਰੇ ਨੇ। ਜਿੰਨਾ ਚਿਰ ਅੱਡੋ ਅੱਡ ਨੇ, ਜਦ ਇੱਕ ਹੋ ਗਏ ਤਾਂ ਸਰਗੁਣ ਯਾਰੇ। ਮਨ ਚਲਾਏ ਮਨ ਨਹੀਂ ਰਿਹਾ, ਮਨ ਟਿਕ ਗਿਆ। ਮਨ ਮਲੀਨ ਨਹੀਂ ਰਿਹਾ, ਜਦ ਮਲੀਨਤਾ ਛੱਡ ਦਿੱਤੀ। ਮਲੀਨਤਾ ਛੱਡੇ ਬਿਨਾਂ ਟਿਕਦਾ ਨਹੀਂ। ਫਿਰ ਸਰਗੁਣ ਥੀਆ। सतगुर परचै ਨਿਰਗੁਣ ਤੇ ਸਰਗੁਣ ਥੀਆ। ਨਿਰਗੁਣ ਪਹਿਲਾਂ ਸੀ, निर्गुण ते सतगुर थिया। ਹਾਂ ਸਰਗੁਣ ਥੀਆ। सतगुर सरगुण ਹਮ ਨਿਰਗੁਣ ਯਾਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ। ਗੁਣਵੰਤਿਆ ਗੁਣ ਦੇ। ਗੁਣਵੰਤਿਆ ਨੂੰ ਜਦ ਗੁਣ ਦਿੱਤੇ ਤੈਂ ਆਪਣੇ, ਤਾਂ ਸਰਗੁਣ ਹੋਇਆ। ਗੁਣੀ ਨੇ ਦਾਦੇ ਨੂੰ सतगुर परचै परम पद पाइयै साचे शब्द समाए लिया। ਸਤਿਗੁਰ ਪਰਚੈ, परम पद पाइयै ਸਤਿਗੁਰ ਨਾਲ ਪਰਚ ਗਿਆ। ਸਤਿਗੁਰ ਅੰਦਰ ਹੈ। ਸਤਿਗੁਰ ਦੇ ਭਾਣੇ ਚੱਲਦਾ ਹੈ। ਫਿਰ ਬਸ ਭਾਣਾ ਮਿੱਠਾ ਲੱਗਦਾ। ਜਿਹੜੀ ਚੀਜ਼ ਮਿੱਠੀ ਲੱਗਦੀ ਹੈ ਪਰਚ ਜਾਂਦੀ। ਸਤਿਗੁਰ ਦਾ ਭਾਣਾ ਮਿੱਠਾ ਲੱਗਦਾ। ਉਹ ਜੇ ਲਾਭ ਹੈ, ਲਾਭ ਦਿੰਦਾ। ਦਿਨ ਦੁਗਣੀ ਰਾਤ ਚੌਗਣੀ ਉੱਤੇ ਤਰੱਕੀ ਦਿੰਦੀ ਹੈ। ਜਦ ਕਬੀਰ ਨਾਲ ਸਾਂਝ ਕੀਤੀ, ਪਹਿਲਾ ਵਪਾਰ ਸੰਸਾਰ 'ਚ ਕੀਤਾ। ਮਨ ਨੇ ਕੀਤਾ ਹੀ ਆ, ਵਾਲਾ ਫੇਰ ਕੇ ਵਪਾਰ ਕੀਤਾ ਨਹੀਂ। ਕੁਛ ਨਹੀਂ ਮਿਲਿਆ ਉੱਥੋਂ। ਵਿੱਚ ਕੋ ਬੜਾ ਲਿਖ ਦਿੱਤਾ। ਫਿਰ ਕੀ ਕਹਿੰਦਾ? ਪੰਡਤ ਵੀ ਦੇਖੇ ਕੀ ਕਰਦੇ ਨੇ, ਵਿਦਿਆ ਪੜ੍ਹਾਉਂਦੇ ਨੇ, ਗਿਆਨ ਵੇਚਦੇ ਨੇ। ਗਿਆਨ ਇੱਥੇ ਵੀ ਵੇਚਦੇ ਨੇ। ਹੁਣ ਕਹਿੰਦਾ ਕੋਈ ਲੜਕਾ ਵੇਚੀ, ਲੜਕੀ ਵੇਚੇ ਕੋਈ। ਕਹਿੰਦਾ ਕੋਈ ਤਾਂ ਲੜਕਾ ਵੇਚਦਾ, ਗਿਆਨ ਵੇਚਦਾ ਆਪਣਾ। ਮਨ ਬੁੱਧੀ ਨੇ ਜੋ ਕਮਾਇਆ ਗਿਆਨ, ਉਹ ਤਾਂ ਲੜਕਾ ਹੀ ਹੈ ਜੋ ਪੜ੍ਹਿਆ।
ਸਮਝੇ ਮਨ ਬੁੱਧੀ ਦੇ ਲੈਵਲ ਤੇ ਲੜਕਾ ਹੀ ਹੈ, ਪਰ ਆ ਜਿਹੜਾ ਗਿਆਨ ਹੈ ਮਨ ਬੁੱਧੀ ਤੇ ਪਰੇ ਦਾ, ਇਹ ਨਹੀਂ ਲੜਕਾ ਹੈ। ਸੰਸਾਰੀ ਗਿਆਨ ਹੈ ਜਿਹੜਾ ਦਿਮਾਗ ਤੇ ਲੱਦਿਆ ਹੈ, ਜਿਹੜਾ ਸ਼ਾਸਤਰਾਂ ਦਾ ਗਿਆਨ ਹੈ, ਉਹ ਵਿਕਦਾ, ਉਹੀ ਬਕਾਊ ਮਾਲ ਹੈ, ਤਾਂ ਵਿਕਦਾ ਹੀ ਨਹੀਂ। ਕੋਈ ਲੜਕਾ ਵੇਚੀ ਲੜਕੀ ਵੇਚੇ, ਕੋਈ ਲੜਕੀ ਕੀ ਹੈ ਵਿਦਿਆ। ਆਹ ਕੁਛ ਤਾਂ ਸੰਸਾਰ 'ਚ ਹੋ ਰਿਹਾ, ਇਹ ਕੁਛ ਕਾਸ਼ੀ 'ਚ ਹੋ ਰਿਹਾ। ਕਹਿੰਦਾ ਸਾਂਝਾ ਕਰੇ ਕਬੀਰ ਸਿਓ, ਵਿਦਿਆ ਔਰ ਗਿਆਨ ਕੀ ਗਿਆਨ ਵਿਦਿਆ ਦੇ ਵਿੱਚ ਹੁੰਦਾ ਹੈ। ਵਿਦਿਆ ਉਹ ਚੀਜ਼ ਹੈ ਜਿਹਦੇ ਅੱਖਰੀ ਗਿਆਨ, ਲਫ਼ਜ਼ਾਂ ਦੇ ਅਰਥ, ਇਹ ਵਿਦਿਆ। ਲਫ਼ਜ਼ਾਂ ਦੇ ਅਰਥ ਹੋਣੇ ਉਹ ਤਾਂ ਵਿਦਿਆ। ਗਿਆਨ ਹੋਰ ਗੱਲ ਹੈ, ਇਹਨੇ ਆ ਲਫ਼ਜ਼ਾਂ ਦੇ ਅਰਥ ਨਹੀਂ ਹੁੰਦੇ, ਇਹ ਲਫ਼ਜ਼ ਦਾ ਕੀ ਅਰਥ ਹੈ, ਇਹ ਲਫ਼ਜ਼ ਦਾ ਕੀ ਅਰਥ ਹੈ, ਇਹ ਤਾਂ ਵਿਦਿਆ ਦਾ ਵਿਸ਼ਾ। ਗਿਆਨ ਕਰਨਾ ਉਹਦੇ ਵਿੱਚ ਹੋਰ ਗੱਲ ਹੈ। ਲਫ਼ਜ਼ਾਂ ਦੇ ਅਰਥ ਸਾਰੇ ਆਉਂਦੇ ਹੋਣ, ਡਿਕਸ਼ਨਰੀ ਪੜ੍ਹ ਲਵੇ, ਰੱਟ ਲਵੇ ਲਫ਼ਜ਼ਾਂ ਦੇ ਅਰਥ, ਕੀ ਕੋਈ ਕਿਤਾਬ ਲਿਖ ਦੂਗਾ? ਕਿਤਾਬ ਗਿਆਨ ਨਾਲ ਲਿਖੂਗਾ। ਜੇ ਗਿਆਨ ਹੋਵੇ, ਵਿਦਿਆ ਨਾ ਹੁੰਦੀ ਹੋਵੇ, ਫਿਰ ਵੀ ਨਹੀਂ ਕਿਤਾਬ ਲਿਖ ਸਕਦਾ। ਵਿਦਿਆ ਹੋਰ ਚੀਜ਼ ਹੈ, ਗਿਆਨ ਹੋਰ ਚੀਜ਼ ਹੈ। ਵਿਦਿਆ ਅਭਿਆਸ ਕਰਨੀ, ਦੇਖੋ ਨਾ ABC ਆਪਾਂ ਪੜ੍ਹਦੇ ਹਾਂ, ਵਿਦਿਆ ਹੈ। ਫਿਰ ਜੋੜ ਅੱਖਰ ਪੜ੍ਹਦੇ ਹਾਂ, ਫਿਰ ਗਾਹਾਂ ਪੜ੍ਹਦੇ ਹਾਂ, ਫਿਰ ਗਾਹਾਂ ਪੜ੍ਹਦੇ ਹਾਂ, ਫਿਰ ਉਹਨਾਂ ਅੱਖਰਾਂ ਦੇ ਅਰਥ ਦੇਖਦੇ ਹਾਂ, ਫਿਰ ਭਾਸ਼ਾ ਦਾ ਗਿਆਨ ਹੁੰਦਾ। ਉਹ ਭਾਸ਼ਾ 'ਚ ਫਿਰ ਕੋਈ ਗੱਲ ਲਿਖਦੇ ਹਾਂ ਆਪਾਂ, ਆਪਣੇ ਅੰਦਰੋਂ ਗਿਆਨ। ਭਾਸ਼ਾ ਦੇ ਵਿੱਚ ਗੱਲ ਦੱਸਦੇ ਹਾਂ, ਕੋਈ ਜਿਹੜੀ ਗੱਲ ਦੱਸਦੇ ਹਾਂ ਭਾਸ਼ਾ, ਉਸ 'ਚ ਗੱਲ 'ਚ ਗਿਆਨ ਹੁੰਦਾ। ਵਿਦਿਆ ਬੋਲਣ ਦੀ ਉਹ ਹੈ, ਬੋਲ ਰਹੇ ਹਾਂ ਵਿਦਿਆ 'ਚ ਹੈ, ਗਿਆਨ ਵਿੱਚ ਦੇ ਰਹੇ ਹਾਂ। ਗਿਆਨ ਤਾਂ ਤੱਤ ਹੈ। ਤੱਤ ਹੈ। ਸਤਿਗੁਰ ਵਿਦਿਆ ਵੀ ਹੈ ਇਹ, ਜਿਵੇਂ ਨਿਰੰਜਨ ਲਫ਼ਜ਼ ਹੈ, ਨਿਰੰਜਨ ਲਫ਼ਜ਼ ਦੇ ਅਰਥ ਨਹੀਂ ਆਉਂਦੇ, ਵਿਦਿਆ ਦਾ ਵਿਸ਼ਾ ਹੈ। ਸਹਿਜ ਵਿਦਿਆ ਦਾ ਲਫ਼ਜ਼ ਹੈ, ਸਹਿਜ, ਤੱਤ, ਇਹਨਾਂ ਲਫ਼ਜ਼ਾਂ ਦੇ ਕੀ ਅਰਥ ਨੇ? ਇਹ ਵਿਦਿਆ ਦਾ ਵਿਸ਼ਾ। ਸਤਿਗੁਰ ਪਰਚਾ ਪਰਮ ਪਦ ਪਾਈਐ, ਸਾਚੇ ਸ਼ਬਦ ਸਮਾਇ ਲਿਆ। ਸਤਿਗੁਰ ਪਰਚਾ, ਪਰਮ ਪਦ ਪਾਈਐ, ਪਰਮ ਪਦ ਪਾਈ। ਸਤਿਗੁਰ, ਪਰਮ ਪਦ, ਪਰਚਾ, ਇਹਨਾਂ ਲਫ਼ਜ਼ਾਂ ਦੇ ਅਰਥ ਚਾਹੀਦੇ ਨੇ ਨਾ। ਜੇ ਹੁਣ ਅਨਪੜ੍ਹ ਹੋਵੇ, ਉਹਨੂੰ ਪਤਾ ਹੀ ਨਾ ਹੋਵੇ ਲਫ਼ਜ਼ ਅਰਥ, ਉਹਦੇ ਮੂਹਰੇ ਰੱਖਦੀ ਹੈ, ਕੀ ਦੱਸੂਗਾ? ਵਿਦਿਆ ਦੇ ਬਿਨਾਂ ਗਿਆਨ ਨਹੀਂ। ਲੜਕਾ ਵਿੱਚ ਵਿਦਿਆ ਵਿੱਚ ਔਰ ਲੜਕੀ ਵਿੱਚ ਉਹਦੀ ਗੱਲ। ਹਾਂ, ਵਿਦਿਆ ਪਹਿਲਾਂ, ਦੇਖੋ ਪਹਿਲਾਂ ਵਿਦਿਆ ਪੜ੍ਹਾਈ ਜਾਂਦੀ ਹੈ, ਫਿਰ ਗ੍ਰੰਥ ਪੜ੍ਹਾਇਆ ਜਾਂਦਾ। ਗ੍ਰੰਥ ਕਾਹਦੇ? ਗ੍ਰੰਥ ਵਿੱਚ ਗਿਆਨ ਹੈ, ਵਿਦਿਆ ਦੇ ਵਿੱਚ ਲਿਖਿਆ ਹੋਇਆ। ਵਿਦਿਆ ਦਾ ਵਿਚਾਰ ਕਰਨੀ, ਉਹ ਵਿਚਾਰ ਵਾਲੀ ਗੱਲ ਹੋਰ ਹੈ। ਉਹ ਤੱਤ ਦੀ ਯਾਰ ਦੂਈ ਗੱਲ ਹੈ ਵੀ ਅੰਦਰਲੇ ਸਰੀਰ ਦੀ ਵਿਦਿਆ ਹੋਰ ਹੈ, ਬ੍ਰਹਮ ਵਿਦਿਆ ਵਿਚਾਰੀ ਹੋਈ ਵਿਦਿਆ ਤਾਂ ਹੈ। ਬ੍ਰਹਮ ਵਿਦਿਆ ਬਣਾਉਣ ਨੂੰ ਇਹ ਵਿਦਿਆ ਵਿਚਾਰੀ ਜਾਊਗੀ। ਸਾਰੀ ਵਿਦਿਆ ਔਰ ਬ੍ਰਹਮ ਵਿਦਿਆ ਦੇ ਵਿੱਚ ਫਰਕ ਹੈ, ਵਿਚਾਰ ਉੱਥੇ ਜਾ ਕੇ। ਪਹਿਲਾਂ BA ਤੱਕ ਬੱਚਾ ਪੜ੍ਹ ਗਿਆ, ਫਿਰ ਡਾਕਟਰੀ ਪੜ੍ਹਨ ਲੱਗਿਆ। ਪਹਿਲਾਂ ਉਹਨੇ ਕੀ ਪੜ੍ਹਿਆ? ਡਾਕਟਰੀ ਗਿਆਨ ਹੈ, ਪਹਿਲਾਂ ਵਿਦਿਆ ਪੜ੍ਹੀ ਹੈ ਉਹਨੇ, ਪਹਿਲਾਂ ਤਾਂ ਵਿਦਿਆ ਪੜ੍ਹੀ ਹੈ। ਅਨਪੜ੍ਹ ਨੂੰ ਨਹੀਂ ਜਾ ਕੇ ਸਿੱਧਾ ਡਾਕਟਰੀ ਦਾਖਲ ਕਰ ਸਕਦਾ। ਉਹ ਉਹਦੇ ਸਮਝਣ ਦੇ ਕਾਬਲ ਹੋਇਆ ਲਫ਼ਜ਼ਾਂ ਨੂੰ ਪਹਿਲਾਂ। ਮੇਰੇ ਵਿੱਚ ਹੋ ਗਿਆ, ਫਿਰ ਤਾਂ ਗਿਆਨ ਹੈ, ਉਹ ਡਾਕਟਰੀ ਦਾ ਗਿਆਨ ਹੈ। ਵਕੀਲ ਫਿਰ LLB ਕਰਦਾ, ਪਹਿਲਾਂ BA ਕਰਦਾ, ਫਿਰ LLB ਕਰਦਾ। LLB ਵੱਖਰਾ ਗਿਆਨ ਹੈ। BA ਤੱਕ ਉਹਨੇ ਵਿਦਿਆ ਪੜ੍ਹੀ, ਵਿਦਿਆ ਹੈ, ਥੱਲੇ ਪੜ੍ਹੀ, ਲੈਂਗੁਏਜ ਪੜ੍ਹੀ ਹੈ, ਭਾਸ਼ਾ ਪੜ੍ਹੀ ਹੈ। ਭਾਸ਼ਾ ਕੋਈ ਲੜਕਾ ਵੇਚੀ ਲੜਕੀ ਵੇਚੇ, ਕੋਈ ਸਾਂਝਾ ਕਰੇ ਕਬੀਰ ਸਿਓ, ਹਰ ਸਿਓ ਬਣ ਕਰੇ। ਕਹਿੰਦੇ ਕਬੀਰ ਨਾਲ ਸਾਂਝਾ ਕਰੇ, ਅੰਦਰਲੇ ਨਾਲ, ਅੰਤਰਾਤਮਾ ਨਾਲ ਸਾਂਝਾ ਕਰੇ, ਉਹ ਤਤ ਗਿਆਨ ਦਾ ਵਪਾਰ ਕਰੇ, ਹਰ ਸਿਓ ਬਣ ਕਰੇ। ਹਰ ਤੋਂ ਲਵੇ ਕੁਝ ਹਰ ਨੂੰ ਦਵੇ, ਹਰ ਸਿਓ ਬਣ ਕਰੇ। ਇਹ ਹਰ ਸਿਓ ਬਣ ਜਾ, ਤਤ ਤੋਂ ਅਵਗਤ ਮਿਲਦਾ।
ਕਿਉ ਤੱਤੇ ਅਵਗਤੇ। ਸਤਿਗੁਰ ਪਰਚੈ ਪਰਮ ਪਦ ਪਾਈਐ। ਸਤਿਗੁਰ ਦਾ ਪਰਚਾ ਹੋਵੇ ਤਾਂ ਪਰਮ ਪਦ ਪਾਈਦਾ। ਸਤਿਗੁਰ ਨਾਲ ਵਿਚਾਰ ਕਰਦਾ ਰਹੇ ਅੰਦਰ, ਆਪਣੇ ਅੰਦਰ ਜੁੜ ਕੇ ਚਿੱਤ ਅਰ ਮਨ ਦੋਏ ਵਿਚਾਰ ਕਰਦੇ ਰਹਿਣ। ਸਤਿਗੁਰ ਕਦ ਹੋ ਜਾਂਦਾ ਚਿੱਤ? ਜਦ ਸੱਚ ਦਾ ਗਿਆਨ ਇਹਨੂੰ ਹੋ ਜਾਂਦਾ, ਸੱਚ ਦੀ ਸਮਝ ਆ ਜਾਂਦੀ ਹੈ, ਜਦ ਵਿਦਿਆ ਔਰ ਅਵਿਦਿਆ ਦੀ ਸਮਝ ਆ ਜਾਂਦੀ ਹੈ। ਸੰਸਾਰੀ ਵਿਦਿਆ ਅਵਿਦਿਆ, ਜਿਹਨੂੰ ਅਸੀਂ ਮਰਨਾ ਕਹਿੰਦੇ ਹਾਂ, ਮਰਨਾ ਹੈ ਨਹੀਂ, ਅਵਿਦਿਆ ਹੈ। ਜਿਹਨੂੰ ਘਰ ਕਹਿੰਦੇ ਹਾਂ, ਘਰ ਹੈ ਨਹੀਂ, ਅਵਿਦਿਆ ਹੈ। ਜਿਹਨੂੰ ਆ ਸਰੀਰ ਨੂੰ ਅਸੀਂ ਸਰੀਰ ਕਹਿੰਦੇ ਹਾਂ, ਇਹ ਅਵਿਦਿਆ ਹੈ। ਨਾਨਕ ਵੇਰ ਸਰੀਰ ਕੋ ਇਕ ਰਥ ਇਕ ਰਥਵਾਓ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਂ। ਉਹ ਸਰੀਰ ਕੌਣ ਹੈ? ਮਨੁੱਖਾ ਸਰੀਰ ਨਹੀਂ ਹੈ। ਸਤਿਯੁਗ ਦੇ ਵਿੱਚ ਸਤਿਯੁਗ ਰਸ ਸੰਤੋਖ ਦਾ। ਸਤਿਯੁਗ ਦੇ ਸਰੀਰ ਕਿੱਥੇ ਸੀ? ਇਹ ਸਰੀਰ ਦੀ ਗੱਲ ਕਿੱਥੇ ਬਾਹਰ ਲੈਦੀ? ਇੱਥੇ ਵਿਦਿਆ ਵਿਚਾਰ ਦੀ ਗੋ। ਹੁਣ ਮੇਰ ਸਰੀਰ ਕਰਤਾ ਬਾਹਰਲਾ ਸਰੀਰ, ਵੀ ਜੇ ਮਨੁੱਖਾ ਸਰੀਰ ਮੇਰ ਸਰੀਰ ਹੈ। ਮੇਰ ਸਰੀਰ ਦਾ ਮਤਲਬ ਮੇਰਾ ਸਰੀਰ, ਮੇਰੇ ਸਰੀਰ ਦਾ। सतगुरु मेर शरीर का। ਇੱਕ ਰਥ ਇੱਕ ਰਥਵਾ, ਨਾਨਕ ਮੇਰ ਸਰੀਰ ਦਾ। नानक मेर शरीर का। ਨਾਨਕ ਕਹਿੰਦਾ ਮੇਰੇ ਜਿਹੜੇ ਸਰੀਰ ਦਾ ਇੱਕ ਰਥ ਹੈ, ਇੱਕ ਰਥਵਾ ਹੈ। ਰਥਵਾ ਹੱਕਣ ਵਾਲਾ ਹੁੰਦਾ, ਰਥ ਜਿਹਨੂੰ ਹੱਕੀ ਦਾ ਉਹ ਹੁੰਦਾ। ਜੁਗ ਜੁਗ ਫੇਰ ਵਟਾਈਏ, ਜੁਗਾਂ 'ਚ ਰਥ ਵਟਾਇਆ ਜਾਂਦਾ। ਗਿਆਨੀ ਬੁੱਝੇ ਤਾਂ ਤੇ ਜੁਗ ਜੁਗ ਰਥ ਵਟਾਇਆ ਜਾਂਦਾ। ਫਿਰ ਆ ਸਰੀਰ ਤਾਂ ਹਰੇਕ ਯੁੱਗ 'ਚ ਹੁੰਦਾ ਨਹੀਂ। ਫਿਰ ਮੇਰ ਸਰੀਰ ਕੌਣ ਹੋਏ? वो रथ केड़ा है? ਉਹ ਸਰੀਰ ਕਿਹੜਾ ਹੈ? ਤੇ ਅਸੀਂ ਸਰੀਰ ਦੇ ਹੱਥ ਹੈ, ਸਰੀਰ ਕਰ ਲੈ। ਸਤਿਯੁਗ ਰਸ ਸੰਤੋਖ ਕਾ ਮੇਰ ਸਰੀਰ ਕਾ। ਸਰੀਰ ਫਿਰ ਸਤਿਯੁਗ ਦੇ ਵਿੱਚ ਤਾਂ ਹੁੰਦਾ ਹੀ ਨਹੀਂ। ਸਤਿਯੁਗ ਦੇ ਵੀ ਸਰੀਰ ਕਿੱਥੇ ਹੁੰਦਾ? ਤ੍ਰੇਤੇ ਰਥ ਜਤੇਗਾ, ਤ੍ਰੇਤੇ 'ਚ ਵੀ ਸਰੀਰ ਨਹੀਂ ਹੁੰਦਾ। ਦੁਆਪਰ ਰਥ ਤਪੇਗਾ, ਦੁਆਪਰ ਦੇ ਵਿੱਚ ਆ ਕੇ ਸਰੀਰ ਮਿਲਣ ਲੱਗਦਾ। ਉੱਥੇ ਤਪ ਹੈ। ਉਰਦ ਤਪ ਕਰਤੇ ਸਾਥ ਸਾਥ ਸਿਮਰਤ ਪ੍ਰਭ ਰਹਤੇ। कालयुग रथ अगन का। कलयुग रथ अगन का। कूड़ अगे रथवा। कूड़ अगे रथवा। मन ਦੇ ਵਿੱਚ ਕੀ ਹੈ? ਕ੍ਰੋਧ ਪ੍ਰਧਾਨ ਹੈ। ਕੂੜ ਬੋਲਦਾ। ਕੂੜ ਛੁਰਾ, ਮੁੱਠਾ ਮੁਰਦਾਰ। ਆ ਤਾਂ ਮੁੱਠਾ ਹੈ ਮੁਰਦਾਰ ਤਾਂ ਸਰੀਰ ਤਾਂ। ਛੁਰਾ ਕੂੜ ਦਾ ਮੁੱਠਾ। ਮੁੱਠੇ ਨੂੰ ਸਭ ਕੁਝ ਮੰਨੀ ਜਾਂਦੇ ਨੇ। ਉਹ ਸਰੀਰ ਦਾ ਹੱਥ ਹੈ, ਦਸਤਾ ਮੁੱਠਾ। ਕੂੜ ਛੁਰਾ, ਛੁਰਾ ਦਾ ਮਨ ਆਪੇ ਹੈ। ਜੋ ਕਲਪਨਾ ਕਰਦਾ ਹੈ ਉਹੀ ਤਾਂ ਛੁਰਾ ਹੈ। ਕਲਕਾਤੀ ਜੋ ਕਲਪਨਾ ਉਹੀ ਤਾਂ ਛੁਰਾ ਹੈ। ਇਹਦਾ ਮਨ ਦੀ ਸੋਚ ਹੀ ਛੁਰਾ ਹੈ। ਕੂੜ ਛੁਰਾ ਮੁੱਠਾ ਬਰਦਾਰ। ਸਰੀਰ ਦਾ ਦਸਤਾ ਹੀ ਦਸਤਾ ਮੁੱਠਾ ਫੜਨ ਵਾਲਾ ਹੁੰਦਾ ਜਿਹੜਾ। सतगुरु परचय परम पद पाइए। ਸਤਿਗੁਰ ਪਰਚਾ ਪਰਮ ਪਦ ਪਾਈਐ। साचे शब्द समाये लिया। ਸਾਚੇ ਸ਼ਬਦ ਸਮਾਏ ਲਿਆ। ਸਤਿਗੁਰ ਨਾਲ ਪਰਚੀ ਹੋਏ ਪਰਮ ਪਦ ਪਾਈਦਾ, ਪਾ ਲਈਦਾ। एक ਇਹ ਤੋਂ एक ਉੱਚਾ ਕੋਈ ਪਦ ਨਹੀਂ। ਪਰਮ ਪਦ ਤੋਂ ਉੱਚਾ ਕੋਈ ਪਦ ਨਹੀਂ। ਪਰਮ ਪਦ ਹੈ ਨਿਰਭੈ ਪਦ, ਅਭੈ ਪਦ, ਭੈ ਰਹਿਤ ਪਦ ਪਾਈਐ। एक को सच एका जाना है, होमे दूजा ਪਰਮ दूजा। ਪਦ ਪਾਈਐ। साचे शब्द समाये लिया। ਸਾਚੇ ਸ਼ਬਦ ਸਮਾਇਆ ਲਿਆ। ਉਸ ਵੇਲੇ ਸੱਚ ਸ਼ਬਦ 'ਚ ਸਮਾਇਆ ਹੋਇਆ ਹੈ। ਹਾਂ, ਸੱਚ ਸ਼ਬਦ ਕੀ ਹੈ? ਹੁਕਮ ਦੇ ਵਿੱਚ ਸਮਾਇਆ ਹੋਇਆ। साचे शब्द समाये। ਸੱਚ ਸ਼ਬਦ ਦਾ ਮਤਲਬ ਹੁਕਮ 'ਚ ਸਮਾਇਆ ਹੋਇਆ। एक ਹੁਕਮ ਗੁਰ ਸ਼ਬਦ ਸਮਾਵੈ, ਅਵਰ ਨ ਜਾਣੈ ਕੋਈ। ਕੋਈ।
ਗੁਰ ਹੈ, ਅੰਦਰ ਅੰਤਰਾਤਮਾ ਉਹ ਗੁਰ ਹੈ। ਉਹ ਸ਼ਬਦ ਵਿੱਚ ਸਮਾਉਂਦਾ, ਮਨ ਨਹੀਂ ਸਮਾਉਂਦਾ ਸ਼ਬਦ ਵਿੱਚ, ਮਨ ਗੁਰ ਚ ਸਮਾਉਂਦਾ। ਗੁਰ ਇੱਕ ਹੁੰਦਾ, ਇੱਕ ਹੋ ਕੇ ਸ਼ਬਦ ਵਿੱਚ ਸਮਾਉਂਦਾ। ਇੱਕ ਹੋ ਕੇ ਸ਼ਬਦ ਵਿੱਚ ਸਮਾਇਆ ਜਾਂਦਾ ਹੈ। ਅੱਧਾ ਅੱਧਾ ਨਹੀਂ ਸਮਾ ਸਕਦਾ ਸ਼ਬਦ ਚ, ਬਸ ਆਹੀ ਭੇਦ ਹੈ ਗੱਲ ਦਾ। ਗੁਰ ਸ਼ਬਦ ਸਮਾਵੇ ਉੱਥੇ ਕਿਹਾ, ਮਨ ਕਿੱਥੇ ਗਿਆ? ਮਨ ਤਾਂ ਗੁਰ ਦਾ ਹੀ ਮਨ ਹੈ ਨਾ। ਗੁਰ ਦਾ ਮਨ ਮੰਨਦਾ ਹੁਣ ਸਮਾਉਣ ਨੂੰ ਸ਼ਬਦ ਦੇ ਵਿੱਚ, ਪਹਿਲਾਂ ਮੰਨਦਾ ਨਹੀਂ ਸੀ ਸਮਾਉਣ। ਪਹਿਲਾ ਸ਼ਬਦ ਕੌੜਾ ਲੱਗਣ ਲੱਗ ਗਿਆ ਸੀ, ਨਾਮ ਕੌੜਾ ਲੱਗਣ ਲੱਗ ਗਿਆ ਸੀ, ਆਪਣੀ ਮਰਜ਼ੀ ਪੈਦਾ ਹੋ ਗਈ ਸੀ। ਹੁਣ ਮਨ ਨੇ ਮਰਜ਼ੀ ਤਿਆਗਤੀ, ਗੁਰ ਕੇ ਭਾਣੇ ਫਿਰ ਚੱਲਣ ਲੱਗ ਗਿਆ। ਪਹਿਲਾਂ ਗੁਰ ਨਾਲੇ ਸਤਿਗੁਰ ਨਾਲੇ ਟਕਰਾਅ ਹੋ ਗਿਆ ਸੀ, ਮਰਜ਼ੀਆਂ ਦੋ ਹੋ ਗਈਆਂ ਸੀ, ਅੰਦਰੇ ਡੌਰੂ ਵੱਜ ਪਿਆ ਸੀ। ਕੱਲ ਨਾਰਦ ਡੌਰੂ ਪਾਇਆ, ਕਲਪਨਾ ਦਾ ਡੌਰੂ ਵੱਜ ਗਿਆ ਅੰਦਰ, ਉਹ ਵੱਜ ਗਿਆ ਇੱਕ ਵਾਰ, ਫਿਰ ਬੰਦ ਨਹੀਂ ਹੁੰਦਾ ਡੌਰੂ। ਡੌਰੂ ਸ਼ਿਵਜੀ ਦਾ ਨਾ, ਬੰਦ ਕਾਤੇ ਹੋਵੇ? ਸ਼ਿਵਜੀ ਵੀ ਸਮਾਧੀ ਲਾਉਂਦਾ। ਇਹ ਸ਼ਿਵਜੀ ਦੇ ਚੇਲੇ ਨੇ ਡੌਰੂ ਨਹੀਂ ਬੰਦ ਹੁੰਦਾ ਇਹਨਾਂ ਦਾ, ਡੌਰੂ ਹੀ ਬੰਦ ਕਰਦੇ ਨੇ ਸਮਾਧੀ ਚ, ਹੋਰ ਕੁਝ ਨਹੀਂ ਕਰਦੇ। ਇਹ ਸਮਾਂ ਡੌਰੂ ਰੱਖਦੇ ਨੇ ਵੀ ਵਜਾਉਣ, ਇਹਨਾਂ ਨੂੰ ਪਤਾ ਨਹੀਂ ਡੌਰੂ ਕੀ ਹੁੰਦਾ। ਦੋ ਲਫ਼ਜ਼ ਕਹੇ ਨੇ 10 ਗ੍ਰੰਥ ਵਿੱਚ, ਡੌਰੂ ਔਰ ਖੱਡਾ। ਖੱਡਾ ਪ੍ਰਥਮੇ ਖੱਡਾ ਸਾਜ ਕੇ, ਡੌਰੂ ਵੀ ਇਹ ਦੋ ਹੁਕਮ ਨੇ ਜਿਹੜੇ, ਆਪਣਾ ਪਾਣਾ ਗੁਰ ਕਾ ਪਾਣਾ, ਇਹ ਡੌਰੂ ਹੈ। ਖੰਡੇ ਦੀਆਂ ਵੀ ਦੋ ਧਾਰਾਂ ਨੇ, ਸੱਚ ਕੀ ਕਾਤੀ ਔਰ ਕਲ ਕਾਤੀ। ਡੌਰੂ ਚ ਵੀ ਦੋ ਨੇ, ਸੱਚ ਕੀ ਕਾਤੀ ਕਲ ਕਾਤੀ। ਦੋ ਲਫ਼ਜ਼ ਨਵੇਂ ਵਰਤੇ ਨੇ, ਦੋਏ ਐਸੇ ਰਜਾਏ ਨੇ ਵਿਦਵਾਨ ਨੂੰ ਪਤਾ ਹੀ ਨਹੀਂ ਗੱਲ ਕੀ ਹੈ। ਤਾਂ ਕਿ ਪ੍ਰਥਮੇ ਖੱਡਾ ਸਾਜ ਕੇ ਜੋ ਪਾਇਆ। ਖੱਡਾ ਕੀ ਹੈ? ਅੱਬਲ ਅੱਲੋ ਨੂਰ ਉਪਾਇਆ, ਖੱਡਾ ਨੂਰ ਹੈ। ਖੰਡ ਉਹਦਾ ਹਿੱਸਾ, ਟੁਕੜਾ ਅਣਸ ਉਹ ਸਾਜਿਆ। ਦੋ ਹਿੱਸਿਆਂ ਕਰਕੇ ਫਿਰ ਸੰਸਾਰ ਪੈਦਾ ਕੀਤਾ। ਪਾਪ ਪੁੰਨ ਦੋ ਭਾਈ ਪੈਦਾ ਕੀਤੇ ਨਾ। ਪੁੰਨ ਜਿਹੜਾ ਕਹਿੰਦਾ ਮੈਂ ਸੰਸਾਰ ਦੇ ਵਿੱਚ ਲਿਪਤ ਹੋਣਾ ਨਹੀਂ, ਪਾਪ ਕਹਿੰਦਾ ਮੈਂ ਲਿਪਤ ਹੋ ਜਾਣਾ। ਇੱਕ ਕਹਾਣੀ 'ਚ ਵੜ ਗਿਆ, ਇਹ ਕਹਿੰਦਾ ਵੀ ਆਪਾਂ ਹੱਥ ਲਵੇੜਨੇ ਨਹੀਂ, ਇੱਕ ਪਰੇ ਖੜਾ, ਇੱਕ ਮਾਇਆ 'ਚ ਲਿਪਤ ਹੋ ਗਿਆ। ਏਕੇ ਕੋ ਸੱਚ ਏਕਾ ਜਾਣਾ, ਹਉਮੈ ਦੂਜਾ ਦੂਰ ਕੀਆ। ਏਕੇ ਕੋ ਸੱਚ ਏਕਾ ਜਾਣਾ। ਏਕਾ ਕੀ ਹੁੰਦਾ? ਏਕਤਾ ਕੀ ਹੁੰਦੀ? ਏਕੇ ਸੱਚ ਏਕਾ ਜਾਣਾ। ਜਦ ਮਨ ਔਰ ਚਿੱਤ ਦੀ ਏਕਤਾ ਹੋ ਜਾਂਦੀ ਹੈ ਨਾ, ਫਿਰ ਇਹਨੂੰ ਪਤਾ ਲੱਗਦਾ ਇੱਕ ਕੀ ਹੁੰਦਾ। ਉਸ ਇੱਕ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ 'ਚ ਇੱਕ ਇਹਨੇ ਆਪੇ ਹੋ ਜਾਣਾ। ਏਕੇ ਕੋ ਏਕਤਾ ਨੂੰ, ਜਿਹਦੇ ਅੰਦਰ ਇੱਕ ਹੈ, ਜਿਹਦੇ ਅੰਦਰ ਦੁਬਦਾ ਨਹੀਂ ਹੈ। ਦੁਬਦਾ ਨਹੀਂ ਤਾਂ ਰੋਗ ਨਹੀਂ ਵਿਆਪਦਾ, ਦੁਬਦਾ ਵਿਆਪਦਾ ਰੋਗ। ਏਕੇ ਕੋ ਸੱਚ ਏਕਾ ਜਾਣਾ। ਜਦ ਏਕਤਾ ਹੈ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਰੋਆ। ਏਕਾ ਹੋ ਗਿਆ, ਰੋਗ ਸੋਗ ਮਿਟ ਗਏ, ਲੜਾਈ ਖਤਮ ਹੋ ਗਈ। ਏਕੇ ਕੋ ਸੱਚ ਏਕਾ ਜਾਣਾ। ਏਕਾ ਜਦ ਹੋਇਆ ਨਾ, ਕੋ ਸੱਚ ਏਕਾ ਜਾਣਾ। ਇਹ ਹਮੇਸ਼ਾ ਲਈ ਏਕਾ ਹੋਇਆ। ਹੁਣ ਸੱਚ ਏਕਾ ਕੀ ਹੈ? ਹਮੇਸ਼ਾ ਲਈ ਏਕਾ, ਨਾ ਟੁੱਟਣ ਵਾਲਾ ਏਕਾ, ਅਖੰਡ ਏਕਾ। ਇਹ ਆਪਣੀ ਮਰਜ਼ੀ ਨਾਲ ਭਾਵੇਂ ਤੋੜੋ ਤਾਂ ਕੋਈ ਨਹੀਂ ਤੋੜ ਸਕਦਾ, ਕੋਈ ਨਹੀਂ ਇਹਦੇ ਏਕੇ ਨੂੰ ਭੰਗ ਕਰ ਸਕਦਾ। ਇਹਦੇ ਏਕੇ ਨੂੰ ਕੋਈ ਖਤਰਾ ਨਹੀਂ, ਇਹਨੂੰ ਆਪਣੇ ਆਪ ਤੋਂ ਹੀ ਖਤਰਾ ਸੀ। ਮੈਂ ਕਿਉਂ ਤੋੜੂ? ਹਉਮੈ ਦੂਜਾ ਦੂਰ ਕੀਆ। ਹਉਮੈ ਦੂਜਾ ਦੂਰ ਕੀਆ। ਦੂਜਾ ਤਾਂ ਤੋੜਨੇ ਵਾਲਾ ਦਾ ਦੂਜਾ, ਤੋੜਨੇ ਵਾਲਾ ਸੁਭਾਅ ਦੂਰ ਕਰਤਾ। ਹਉਮੈ ਤੋੜਦੀ ਸੀ ਏਕਾ, ਦੂਜਾ ਮਨ ਸੀ। ਹਉਮੈ ਨਾਲ ਮਨ ਜੁੜ ਜਾਂਦਾ ਤਾਂ ਏਕਾ ਤੋੜ ਲੈਂਦੇ ਸੀ। ਮਨ ਵੀ ਦੂਰ ਕਰਤਾ, ਮਨ ਤੋਂ ਹਉਮੈ, ਦੂਜਾ ਜਿਹੜਾ ਮਨ ਹੈ ਨਾ, ਉਹ ਤੋਂ ਹਉਮੈ ਔਰ ਮਨ ਨੂੰ ਅੱਡ ਅੱਡ ਕਰਤਾ। ਉਹ ਵੀ ਛਡਾਤੀ ਉਹਦੀ। ਹਉਮੈ ਦੂਜਾ ਦੂਰ ਕੀਆ। ਦੂਰ। ਸੋ ਜੋਗੀ ਗੁਰ ਸ਼ਬਦ ਪਛਾਣੈ। ਸੋ ਜੋਗੀ ਗੁਰ ਸ਼ਬਦ ਪਛਾਣੈ। ਜੋਗੀ ਉਹ ਹੈ ਜਿਹਨੂੰ ਗੁਰਬਾਣੀ ਦੀ ਸਮਝ ਆ ਗਈ, ਪਛਾਣ ਲਿਆ, ਇਹਦੇ 'ਚ ਬੁੱਝ ਲਿਆ ਕੀ ਲਿਖਿਆ ਹੈ, ਉਹ ਜੋਗੀ ਹੈ। ਅੰਤਰ ਕਮਲ ਪ੍ਰਕਾਸ਼ ਥੀਆ।
ਅੰਤਰ ਕਮਲ ਪ੍ਰਕਾਸ਼ ਸੀਗਾ, ਉਹਦੇ ਅੰਦਰ ਹਿਰਦਾ ਕਮਲ ਖੜ ਜਾਂਦਾ ਹੈ। ਉਹ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਦਾ, ਉਹਦੇ ਅੰਦਰੋਂ ਦੁੱਖ ਪਾਪ ਦਾ ਨਾਸ਼ ਹੋ ਜਾਂਦਾ। ਜੀਵਤ ਮਰੈ ਤਾਂ ਸਭ ਕੁਝ ਸੂਝੈ। ਇਸ ਤਰੀਕੇ ਨਾਲ ਜਿਹੜਾ ਜਿਉਂਦਾ ਮਰਦਾ, ਇਹ ਇਸ ਤਰੀਕੇ ਨਾਲ ਜਿਹਦਾ ਕਮਲ ਵਿਕਾਸ ਹੋਇਆ ਜਿਉਂਦਾ ਮਰਿਆ ਹੋਇਆ ਹੁੰਦਾ। ਇਸ ਅਵਸਥਾ ਵਿੱਚ ਜਿਉਂਦਾ ਮਰਿਆ ਹੋਇਆ ਹੀ ਹੁੰਦਾ। ਜਿਹਦਾ ਹਿਰਦਾ ਖਿੜਿਆ ਹੋਇਆ ਨਾ, ਉਹਦਾ ਮਨ ਮਰਿਆ ਹੋਇਆ। ਮਨ ਨਹੀਂ ਹਿਰਦਾ ਖਿੜਨ ਦਿੰਦਾ ਕਦੇ ਵੀ, ਅੱਗ ਜਾਲ ਕੇ ਰੱਖਦਾ ਨਾ ਉੱਥੇ। ਜੇ ਹੁਣ ਚੁੱਲ੍ਹਾ ਹੈ ਉੱਥੇ, ਹੁਣ ਕਮਲ ਬੁਝਾਏ ਰਹੂ ਜਾਂ ਉਹਨੇ ਚੁੱਲ੍ਹਾ ਬੁਝਾਉਣਾ ਹੀ ਨਹੀਂ ਸਾਰਾ ਦਿਨ। ਜੀਵਤ ਮਰੈ ਤਾਂ ਸਭ ਕੁਝ ਸੂਝੈ। ਜਿਹਨੇ ਚੁੱਲ੍ਹਾ ਬੁਝਾਉਣਾ ਹੀ ਨਹੀਂ ਹੈ ਅੰਦਰ, ਉੱਥੇ ਕਮਲ ਖਿੜਿਆ ਰਹੂ। ਜੀਵਤ ਮਰੈ ਤਾਂ ਸਭ ਕੁਝ ਸੂਝੈ। ਜੀਵਤ ਮਰੇ ਤਾਂ ਸਭ ਕੁਝ ਸੂਝਿਆ, ਸਾਰੀ ਸੋਝੀ ਆ ਜਾਂਦੀ। ਅੰਤਰ ਜਾਣੈ ਸਾਰੀ ਸੋਝੀ ਦੇਖੋ ਸੂਝਿਆ ਹੈ। ਇਹ ਸੋਝੀ ਆਪੇ ਆਉਂਦੀ ਹੈ, ਕੋਈ ਦੱਸਦਾ ਨਹੀਂ ਹੈ। ਜੀਵਤ ਮਰੈ ਤਾਂ ਸਭ ਕੁਝ ਸੂਝੈ। ਸੋਝੀ ਕਿੱਥੋਂ ਆਈ? ਫਿਰ ਕਹਿੰਦੇ ਸੋਚਦਾ ਸਭ ਕੁਝ, ਫਿਰ ਸਮਝ ਆਉਂਦੀ ਹੈ ਸਾਰੀ। ਉਹ ਜੀਵਤ ਮਰੇ ਤੇ ਪਹਿਲਾਂ ਨਹੀਂ ਸੋਝੀ ਆਉਂਦੀ। ਇਹਦਾ ਮਤਲਬ ਤੁਸੀਂ ਜੀਵਤ ਮਰੇ ਨਹੀਂ ਹੋਏ, ਥੋਤੇ ਸਮਾਧੀ ਤੁਹਾਡੀ ਲੱਗੀ ਨਹੀਂ। ਜਿਹਦੀ ਸਮਾਧੀ ਲੱਗ ਗਈ ਜੀਵਤ ਮਰ ਗਿਆ। ਇੱਕ ਸਕਿੰਟ ਵਾਸਤੇ ਵੀ ਸਮਾਧੀ ਨਹੀਂ ਤੁਹਾਡੀ ਲੱਗੀ ਜੋਗੀ। ਅੰਤਰ ਜਾਣੈ ਸਰਬ ਦਇਆ। ਅੰਤਰ ਜਾਣੈ ਸਰਬ ਦਇਆ। ਅੰਦਰ ਉਹ ਆਪਣੇ ਅੰਦਰੋਂ ਟੋਟਲ ਦਇਆ ਕੀ ਹੁੰਦੀ ਹੈ? ਦਇਆ ਕਿਹਨੂੰ ਕਹਿੰਦੇ ਨੇ? 84 ਲੱਖ ਜੂਨ ਦੀ ਦਇਆ ਹੀ ਜਾਣ ਲੈਂਦਾ ਆਦਮੀ ਦੀ ਦਇਆ ਤੱਕ ਪਾਸੇ ਰਹੀ। ਜਿੰਨੀ ਸ੍ਰਿਸ਼ਟੀ ਹੈ, ਕਿਹਨੂੰ ਕੀ ਚਾਹੀਦਾ, ਕਿਹਨੂੰ ਕੀ ਚਾਹੀਦਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲੋੜ ਹੈ, ਕਿਹਨੂੰ ਕੀ ਲੋੜ ਹੈ। ਆਤਮਾ ਦੇ ਲੈਵਲ ਤੇ, ਸਰੀਰ ਦੇ ਲੈਵਲ ਤੇ ਉਹ ਸਾਰੀ ਸਮਝ ਲੈਂਦਾ। ਇਹਨਾਂ ਨੂੰ ਤਾਂ ਦਇਆ ਦਾ ਵੀ ਨਹੀਂ ਪਤਾ ਕੀ ਹੈ। ਦਇਆ ਵੀ ਆਪਣੀ ਆਪਣੀ ਇਹਨਾਂ ਦੀ। ਇਹ ਤਾਂ ਕਿਸੇ ਨੂੰ ਜੇਲ੍ਹ ਚੋਂ ਬਾਹਰ ਕੱਢਦੀ ਹੈ ਤਾਂ ਵੀ ਕਹਿੰਦੇ ਨੇ ਪਾਪ ਕਰਤਾ। ਕਿਸੇ ਨੂੰ 10 ਸਾਲ ਦੀ ਕੈਦ ਹੈ, ਜੇ ਸਾਲ ਦੀ ਮਾਫ ਕਰਕੇ ਸਾਲ ਪਹਿਲਾਂ ਹੀ ਛੱਡ ਦਈਏ, ਇਹ ਤਾਂ ਕਹਿੰਦੇ ਨੇ ਪਾਪ ਹੈ। ਇਹਨਾਂ ਨੂੰ ਕੀ ਪਤਾ ਵੀ ਪਾਪ ਹੈ ਪੁੰਨ ਹੈ। ਕਿਉਂਕਿ ਜਿਹੇ ਜੀ ਬੁੱਧੀ, ਜਿੰਨੀ ਕੁ ਬੁੱਧੀ ਉਹ ਜਿਹੀ ਸੋਚ। ਇਸ ਕਰਕੇ ਪੁੰਨ ਪਾਪ ਦੀ ਸੋਚ ਹੈ, ਛੋਟੀ ਬੁੱਧੀ ਚ ਹੋਈ ਹੋਈ ਹੈ। ਬਾਂਸਣਾ ਖਾਣ ਦੀ ਸੋਚ ਹੈ, ਉਹ ਵੀ ਛੋਟੀ ਬੁੱਧੀ ਚ ਹੋਈ ਹੋਈ ਹੈ। ਗੁਰਬਾਣੀ ਕਹਿੰਦੇ ਪੁੰਨ ਪਾਪ ਹਮਰੇ ਬਸਣਾ ਹੈ, ਸਾਡੇ ਬਸੇ ਨਹੀਂ ਪੁੰਨ ਪਾਪ। ਨਾਨਕ ਤਾਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆਂ। ਨਾਨਕ ਤਾਕੋ ਮਿਲੇ ਵਡਾਈ। ਵਡਾਈ ਉਹਨੂੰ ਮਿਲਦੀ ਹੈ ਸੰਸਾਰ ਦੇ ਵਿੱਚੋਂ। ਸੰਸਾਰ 'ਚ ਵਡਿਆਈ ਉਹਨੂੰ ਮਿਲਦੀ ਹੈ। ਸੰਸਾਰ 'ਚ ਉਹ ਵੱਡਾ ਮੰਨਿਆ ਜਾਂਦਾ, ਸੱਚਖੰਡ 'ਚ ਨਹੀਂ ਮੰਨਿਆ ਜਾਂਦਾ। ਸੰਸਾਰ ਨੂੰ ਸੇਧ ਜਿਹੜਾ ਦਿੰਦਾ ਹੈ, ਉਹਨੂੰ ਸੰਸਾਰ 'ਚੋਂ ਵੱਡਾ ਹੈ। ਆਪ ਪਛਾਣੈ ਸਰਬ ਜੀਆਂ। ਜਿਹੜਾ ਆਪਣਾ ਆਪਾ ਪਛਾਣੇ, ਔਰ ਆਪਣਾ ਆਪਾ ਹੀ ਸਾਰੇ ਜੀਵਨ ਦੇ ਵਿੱਚ, ਜੋ ਮੇਰੇ ਜਾ ਸਭ ਦੇ ਵਿੱਚ ਹੈ। ਆਪ ਪਛਾਣੈ ਸਰਬ ਜੀਆਂ। ਜਿਹੜੀ ਗੱਲ ਦੀ ਮੈਨੂੰ ਤਕਲੀਫ ਹੈ, ਉਹਦੀ ਹਰੇਕ ਨੂੰ ਤਕਲੀਫ। ਜਿਹੋ ਜਿਹਾ ਮੈਂ ਚਾਹੁੰਦਾ ਮੇਰੇ ਨਾਲ ਵਿਹਾਰ ਹੋ ਕਰਨ, ਸਾਰੇ ਮੈਨੂੰ ਉਹੋ ਜਿਹਾ ਵਿਹਾਰ ਸਾਰਿਆਂ ਨਾਲ ਕਰਨਾ ਚਾਹੀਦਾ। ਆਪਣਾ ਆਪਾ ਸਾਰਿਆਂ ਨੂੰ ਪਛਾਣੇ। ਦੂਜੇ ਦੀ ਤਕਲੀਫ ਨੂੰ ਆਪਣੀ ਤਕਲੀਫ ਮੰਨੇ, ਫਿਰ ਉਹ ਦੂਜੇ ਨੂੰ ਤਕਲੀਫ ਦੇ ਨਹੀਂ ਸਕਦਾ। ਉਹਦੀ ਸਮੱਸਿਆ ਜਿਹੜੀ ਉਹਨੂੰ ਸਮਝੇ, ਪਰ ਸਮੱਸਿਆ ਜੀ ਦੇ ਲੈਵਲ ਤੇ ਸਮਝੇ, ਜਾਤ ਦੇ ਲੈਵਲ ਤੇ ਨਾ ਸਮਝੇ। ਜਾਤ ਦੇ ਲੈਵਲ ਤੇ ਸਮੱਸਿਆਵਾਂ ਖੜੀਆਂ ਵੀ ਪਰਮੇਸ਼ਰ ਨੇ ਕੀਤੀਆਂ, ਹੱਲ ਵੀ ਉਹਨੇ ਕਰਨੀਆਂ। ਖੜੀਆਂ ਵੀ ਉਹਨੇ ਕੀਤੀਆਂ ਨੇ। ਜਿਹਨੂੰ ਦੁੱਖ ਦਿੱਤਾ ਉਹਨੇ ਦਿੱਤਾ, ਜਿਹਨੂੰ ਸੁੱਖ ਦਿੱਤਾ ਉਹਨੇ ਦਿੱਤਾ। ਅਸੀਂ ਸੰਸਾਰੀ ਦੁੱਖ ਸੁੱਖ 'ਚ ਹਸਤਾਖੇਪ ਕਰਾਂਗੇ, ਬਿਲਕੁਲ ਬੇਵਕੂਫੀ। ਹਾਂ, ਜੇ ਅੰਦਰੋਂ ਸਾਡੇ ਪ੍ਰੇਰਨਾ ਕਰਕੇ ਕਰਾਉਂਦੇ ਫਿਰ ਕਰ ਲਓ, ਪਰ ਇਹਨੂੰ ਅਸੀਂ ਆਪਣਾ ਠੇਕਾ ਨਹੀਂ ਲੈ ਸਕਦੇ। ਕੋਈ ਚਲਿਆ ਜਾਂਦਾ ਰਾਹ ਦੇ ਵਿੱਚ, ਕੋਈ ਕਿਸੇ ਨੇ ਗਿਰ ਪਿਆ, ਐਕਸੀਡੈਂਟ ਹੋ ਗਿਆ, ਉਹਨੂੰ ਚੱਕ ਕੇ ਲੈ ਗਏ,
ਕੁਝ ਪੈਸੇ ਵੀ ਖਰਚ ਕਰਤੇ, ਆਪਣਾ ਚਲੋ ਕੰਮ ਵੀ ਖਰਾਬ ਹੋ ਗਿਆ, ਉਹ ਗੱਲ ਅਲੱਗ ਹੈ। ਪ੍ਰੇਰਨਾ ਦੇ ਕੇ ਹੀ ਕਰਾਉਂਦਾ। ਪਰ ਜਿਹੜੀ ਦਇਆ ਜੀ ਤੇ ਕਰਦੀ ਹੈ ਆਤਮਾ ਦੇ ਲੈਵਲ ਤੇ, ਉਹ ਵੀ ਫਸਿਆ ਹੋਇਆ ਹੈ। ਅਸਲ ਦੇ ਵਿੱਚ ਜੀ ਦਇਆ ਜਾਣੇ ਜੀ ਕੀ ਕੁਝ ਪੁਰਖਾਂ ਨੂੰ, ਪਰ ਜਾਣੇ ਕਿਵੇਂ ਜੀ ਕੀ ਦਇਆ? ਐਸ ਅਵਸਥਾ 'ਚ ਜੀ ਕੀ ਦਇਆ ਜਾਣਦਾ ਹੈ, ਆਪੇ ਜਾਣੇ ਸਰਬ ਜੀ ਸਰਬ ਜੀ। ਸਾਰੇ ਜੀਆਂ ਨੂੰ ਸਮਝਦਾ, ਸਾਰੇ ਜੀਆਂ ਨੂੰ ਹੁਕਮ ਸਮਝਦਾ। ਜਿਹੜਾ ਹੁਕਮ ਸਾਰੇ ਜੀਆਂ ਨੂੰ ਦਿਆ ਕਰਦਾ ਹੈ, ਹੁਕਮ ਦੇ ਰਿਹਾ। ਹੁਕਮ ਨਾਲ ਜੁੜੇ ਤੇ ਬਾਅਦ ਹੀ ਸਾਰੀ ਗੱਲ ਦੀ ਸਮਝ ਆਉਂਦੀ ਹੈ। ਸਾਰੀ ਰਾਜਾ ਰਾਮ ਦੀ ਜਿਹੜੀ ਕਹਾਣੀ ਹੈ ਨਾ, ਹੁਕਮ ਨਾਲ ਜੁੜੇ ਤੇ ਬਿਨਾਂ ਸਮਝ ਆਉਂਦੀ ਹੋਈ ਨਹੀਂ ਹੁੰਦੀ। ਉਦੋਂ ਪਹਿਲਾਂ ਆਦਮੀ ਦੀ ਆਪਣੀ ਬੁੱਧੀ ਦੇ ਜਿਹੜੇ ਕਿਆਸ ਰਾਈਆਂ ਨੇ, ਆਪਣੀ ਆਪਣੀ ਮਰਜ਼ੀ ਦੀਆਂ ਗੱਲਾਂ ਨੇ। ਆਪਾ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਦੇਤੀ। ਇਸ ਕਰਕੇ ਭਿੰਨ ਭਿੰਨ ਰਾਇਆਂ ਨੇ, ਜਿਹਨਾਂ 'ਚ ਅਸੀਂ ਆਪਣੀ ਬੁੱਧੀ ਦੇ ਲੈਵਲ ਤੇ ਸੋਚਦੇ ਹਾਂ। ਜਦੋਂ ਹੁਕਮ ਨਾਲ ਜੁੜ ਕੇ ਜਿਹੜੇ ਸੋਚਦੇ ਨੇ, ਉਹਨਾਂ ਦੀ ਇੱਕ ਹੁੰਦੀ ਹੈ। ਭਗਤ ਸਾਰੇ ਹੁਕਮ ਨਾਲ ਜੁੜੇ ਹੋਏ ਕਰਕੇ ਇੱਕ ਰਹਿ ਹੈ ਇਹਨਾਂ ਦੀ। ਹੁਕਮ ਤੇ ਆ ਕੇ ਇੱਕ ਰਹਿ ਹੋਣੀ, ਸੱਚ ਤੇ ਆ ਕੇ ਇੱਕ ਰਹਿ ਹੋਣੀ। ਜਿਹਨਾਂ ਦਾ ਸੱਚ ਤੇ ਨਹੀਂ ਆ ਜਾਂਦੇ, ਸਚਿਆਰੇ ਨਹੀਂ ਹੋ ਜਾਂਦੇ। ਮਨ ਤਾਂ ਸਚਿਆਰਾ ਹੈ ਨਹੀਂ, ਇੱਕ ਰਹਿ ਕਿਵੇਂ? ਇੱਕ ਰਹਿ ਨਹੀਂ ਹੋ ਸਕਦਾ। ਸਚਿਆਰੇ ਦੇ ਬਾਅਦ ਇੱਕ ਰਹਿ ਹੋ। ਉੱਥੇ ਤੱਕ ਆਪਣੀ ਆਪਣੀ ਦਇਆ ਹੈ, ਆਪਣਾ ਆਪਣਾ ਦ੍ਰਿਸ਼ਟੀਕੋਣ ਹੈ। ਕੋਈ ਕਹਿੰਦਾ ਇਹਨੂੰ ਫਕੀਰ ਨੂੰ ਕੋਈ ਦੇਣਾ ਚਾਹੀਦਾ, ਕੋਈ ਕਹਿੰਦਾ ਇਹ ਤਾਂ ਜੀ ਵਿਗੜਦੇ ਨੇ, ਇਹਨੂੰ ਵਿਗਾੜਨਾ ਪੈਸੇ ਦੇ ਕੇ। ਵਿਹਲੇ ਆਦਤ ਪੈਂਦੀ ਹੈ, ਇਹਨਾਂ ਦੀ ਆਦਤ ਵਿਗੜਦੀ ਹੈ। ਹੁਣ ਉਹਦੀ ਵੀ ਦਲੀਲ ਹੈ, ਉਹਦੀ ਵੀ ਦਲੀਲ, ਆਪਣੀ ਆਪਣੀ ਦਲੀਲ ਹੈ। ਆਪੇ ਜਾਣੇ ਸਰਬ ਜੀ ਸਰਬ ਜੀ।